एक और कृषि कानूनों के खिलाफ किसानों का प्रदर्शन जारी है और वहीं दूसरी ओर भाजपा के नेताओं का विरोध भी लगातार हो रहा है, क्योंकि भाजपा नेता कृषि कानूनों को सही बता रहे हैं, लेकिन कुछ भाजपा नेता ऐसे भी हैं जो किसानों के पक्ष में अपने पदों से इस्तीफे दे चुके हैं। इसी के चलते भाजपा को ताजा झटका दिया है। होशियारपुर की रहने वाली भाजपा नेत्री सरबजीत कौर ने इस्तीफा देने के बाद सरबजीत कौर ने केंद्र की भाजपा सरकार को निशाने पर लिया है। ਸਰਬਜੀਤ ਜੀ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਬੀਜੇਪੀ ਨਾਲ ਜੁੜੇ ਹੋਏ ਸੀ? ਅਪਰੋਕਸੀਮੇਟਲੀ 32 ਇਅਰਸ। ਅਸਤੀਫਾ ਦਿੱਤਾ ਤੁਸੀਂ, ਕੀ ਕਾਰਨ ਰਿਹਾ ਅਸਤੀਫਾ ਦੇਣ ਦਾ? ਅਸਤੀਫਾ ਦੇਣ ਦਾ ਕਾਰਨ ਦੇਖੋ ਜੀ, ਇੱਕ ਤਾਂ ਕਿਸਾਨੀ ਪਰਿਵਾਰ ਨਾਲ ਸੀਗੀ, ਘੁੱਟਣ ਬਹੁਤ ਸੀਗੀ, ਰਿਸ਼ਤੇਦਾਰਾਂ ਦਾ ਘਰਦਿਆਂ ਦਾ ਦਬਾਅ ਬਹੁਤ ਸੀਗਾ ਕਿ ਆਪਣੇ ਨਾਲ ਖੜੇ ਹੋ। ਤੇ ਪਰ ਇੰਨੇ ਸਾਲ ਬੀਜੇਪੀ 'ਚ ਕੰਮ ਕਰਕੇ ਉਹਨੂੰ ਛੱਡਣਾ ਵੀ ਬੜਾ ਔਖਾ ਸੀ। ਬਸ ਜਦੋਜਹਿਦ ਦੇ ਵਿੱਚ ਹਫ਼ਤਾ 10 ਦਿਨ ਨਿਕਲ ਗਿਆ। ਫਿਰ ਇੱਕ ਇੰਸੀਡੈਂਟ ਹੋ ਗਿਆ ਜਿੱਦਾਂ ਕਿਦਾਂ ਬਲਦੀ ਦਾ ਤੇਲ ਪੈ ਗਿਆ ਕਿ ਇੱਕ ਨਗਰ ਨਿਗਮ ਦੇ ਵਿੱਚ ਮੇਰੇ ਨਾਲ ਘਟਨਾ ਹੋ ਗਈ ਸੀ। ਉਹਦੇ ਕਰਕੇ ਮੈਂ ਰੋਸ਼ ਸੀ। ਜੇ ਤਾਂ ਮੈਂ ਖੁਲਾਸਾ ਜ਼ਿਲ੍ਹਾ ਪ੍ਰਧਾਨ ਜੀ ਨੂੰ ਕੀਤਾ ਸੀ, ਲੇਕਿਨ ਜ਼ਿਲ੍ਹਾ ਪ੍ਰਧਾਨ ਜੀ ਨੂੰ ਲੱਗਿਆ ਕਿ ਚਲੋ ਕੋਈ ਗੱਲ ਨਹੀਂ, ਪੁਰਾਣੇ ਜਿਹੜੇ ਕਾਰਜਕਰਤਾ ਉਹਨਾਂ ਜ਼ਰੂਰਤ ਨਹੀਂ ਪਾਰਟੀ ਨੂੰ। ਸੋ ਸਮਝਦੇ ਹੋਏ ਦੁੱਖ ਦੋਨੋਂ ਪਾਸੇ ਹੋ ਗਿਆ, ਕਿਉਂਕਿ ਕਹਿੰਦੇ ਆ ਕਿ ਪਰਿਵਾਰ ਨੂੰ ਛੱਡਣਾ ਬੜਾ ਔਖਾ ਹੁੰਦਾ ਆ। ਲੇਕਿਨ ਜਦੋਂ ਪਰਿਵਾਰ ਆਪਣਾ ਹੀ ਨਾ ਸਮਝੇ, ਜਦੋਂ ਪਰਿਵਾਰ ਦਰਦ ਹੀ ਨਾ ਸਮਝੇ, ਇੱਕ ਔਰਤ ਦੀ ਇੱਜ਼ਤ ਹੀ ਨਾ ਪਾਰਟੀ ਸਮਝੇ ਜੋ ਇੰਨੇ ਸਾਲਾਂ ਤੋਂ ਨਾਲ ਤੁਰੀ ਹੋਵੇ, ਅਰਸ਼ ਤੋਂ ਫਰਸ਼ ਤੇ ਪਾਰਟੀ ਨੂੰ ਅਸੀਂ ਲੈ ਕੇ ਨਹੀਂ ਗਏ, ਅਸੀਂ ਫਰਸ਼ ਤੋਂ ਅਰਸ਼ ਤੇ ਪਾਰਟੀ ਨੂੰ ਲੈ ਕੇ ਗਏ ਹਾਂ। ਤੁਸੀਂ ਜਿਹੜਾ ਅਸਤੀਫਾ ਭੇਜਿਆ ਉਹਦੇ ਵਿੱਚ ਲਿਖਿਆ ਕਿ ਮਹਾਮੰਤਰੀ ਵੀ ਉੱਥੇ ਨਗਰ ਨਿਗਮ ਦੇ ਵਿੱਚ ਮੌਜੂਦ ਸਨ, ਬਲਕਿ ਇਸ ਸਭ ਦੇ ਬਾਵਜੂਦ ਵੀ ਉਹਨਾਂ ਵੱਲੋਂ ਜਦੋਂ ਤੁਹਾਡੇ ਨਾਲ ਮਿਸਬਿਹੇਵ ਕੀਤਾ ਜਾਂਦਾ ਅਧਿਕਾਰੀ ਵੱਲੋਂ, ਤਾਂ ਉਹਨਾਂ ਵੱਲੋਂ ਕੋਈ ਵਿੱਚ ਬੋਲਿਆ ਨਹੀਂ ਜਾਂਦਾ, ਉਹਨਾਂ ਵੱਲੋਂ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਂਦੀ ਜੀ। ਇਹ ਸਾਰਾ ਕੁਝ ਜੋ ਕੁਝ ਵੀ ਹੋਇਆ, ਮੈਨੂੰ ਤਾਂ ਇਹੀ ਲੱਗਦਾ ਕਿ ਕਰਾਉਣ ਵਾਲੇ ਵੀ ਉਹੀ ਸੀ, ਕਿਉਂਕਿ ਅਗਰ ਚੁੱਪ ਬਹਿੰਦਾ ਆ ਬੰਦਾ, ਅਗਰ ਇੱਕ ਸੀਨੀਅਰ ਲੀਡਰ ਉਹ ਵੀ ਲੇਡੀ ਦੇ ਨਾਲ, ਕਾਰਜਕਰਤਾ ਦੇ ਨਾਲ ਅਗਰ ਕੋਈ ਮਿਸਬਿਹੇਵ ਕਰਦਾ ਆ ਔਰ ਜ਼ਿਲ੍ਹੇ ਦਾ ਜਨਰਲ ਸੈਕਟਰੀ ਉੱਥੇ ਬੈਠਾ ਹੋਵੇ, ਪਾਵਰ ਵਿੱਚ ਹੋਵੇ ਔਰ ਉਹ ਉਹਦੀ ਮਦਦ ਨਾ ਕਰੇ, ਤੇ ਇਹਦਾ ਮਤਲਬ ਤਾਂ ਇਹ ਹੋਗਾ ਕਿ ਜ਼ਿਲ੍ਹਾ ਉਹਦੇ ਨਾਲ ਰਲਿਆ ਹੋਇਆ ਸੀ। ਠੀਕ ਹੈ ਨਾ ਜੀ। ਔਰ ਜਿੱਥੇ ਇੱਜ਼ਤ ਨਾ ਹੋਵੇ, ਜਿੱਥੇ ਅਣਖ ਨਾ ਹੋਵੇ, ਉੱਥੇ ਕੰਮ ਕਰਨ ਦਾ ਮਤਲਬ ਹੀ ਨਹੀਂ ਬਣਦਾ। ਫਿਰ ਪਾਰਟੀ ਛੱਡਣਾ ਬਿਹਤਰ ਨਹੀਂ। ਫਿਰ ਆਪਣੇ ਨਾਲ ਖੜੇ ਹੋਈਏ, ਘੱਟੋ ਘੱਟ ਰਾਤ ਨੂੰ ਨੀਂਦ ਤਾਂ ਸੌਖੀ ਆਊਗੀ। ਜ਼ਮੀਰ ਤਾਂ ਇਜਾਜ਼ਤ ਦਿੰਦਾ ਨਾ, ਆਖਿਰ ਮਰ ਕੇ ਉਸ ਗੁਰੂਆਂ ਨੂੰ ਮੂੰਹ ਦਿਖਾਉਣਾ ਆ। ਇਹ ਹੁਣ ਸਾਨੂੰ ਅੱਤਵਾਦੀ ਕਹਿ ਰਹੇ ਨੇ ਜੀ, ਸਰਦਾਰ ਨੇ ਜੀ, ਇਹ ਉੱਥੇ ਪਿਕਨਿਕ ਮਨਾਉਣ ਗਏ ਨੇ, ਇਹ ਉੱਥੇ ਮੌਜਾਂ ਕਰਨ ਗਏ ਨੇ। ਮੈਂ ਕਹਿੰਦੀ ਆਓ ਚਲੀਏ ਆਪਾਂ ਇਕੱਠੇ ਮੌਜਾਂ ਕਰਕੇ ਨਾ ਆਈਏ, ਅਸੀਂ ਨਾ ਚਲੀਏ ਪਿਕਨਿਕ ਮਨਾਉਣ। ਇਹ ਹਿੰਮਤ ਤਾਂ ਕਰਨ ਉੱਠਣ ਦੀ, ਮੈਂ ਲੈ ਕੇ ਚੱਲਦੀ ਇਹਨਾਂ ਨੂੰ ਪਿਕਨਿਕ ਮਨਾਉਣ ਲਈ। ਦੂਜੀ ਗੱਲ ਇਹ ਆ ਜੀ ਕਿ ਜੇ ਅਸੀਂ ਅੱਤਵਾਦੀ ਆ ਨਾ ਜੀ, ਤੇ ਇਹਨਾਂ ਨੂੰ ਪੁੱਛੋ ਕਿ ਇਹ ਅੱਤਵਾਦੀ ਆਉਂਦੇ ਹਰ ਮੁਸੀਬਤ ਵਿੱਚ ਅੱਗੇ, ਤੁਸੀਂ ਨਹੀਂ ਆਉਂਦੇ। ਤੁਸੀਂ ਘਰਾਂ 'ਚ ਬਹਿ ਕੇ ਅੱਜ ਵੀ ਨਿੱਘ ਮਾਣਦੇ ਪਏ ਆ। ਜੇ ਅਸੀਂ ਸਰਦੀਆਂ ਨੂੰ ਬੈਠੇ ਹਾਂ, ਸਾਨੂੰ ਕਿਸੇ ਪਾਰਟੀ ਨੇ ਨਹੀਂ ਚੱਕਿਆ, ਕਿਸੇ ਨੇ ਸਾਡਾ ਆਪਣਾ ਦਿਮਾਗ ਆ। ਇਹ ਕਿਸਾਨ ਜੋ ਸਭ ਦਾ ਢਿੱਡ ਭਰਦਾ ਆ, ਇਹ ਜੋ ਸਭ ਦਾ ਪਾਲਣ ਪੋਸ਼ਣ ਕਰਦਾ ਆ, ਕਿਆ ਉਹ ਬੇਵਕੂਫ ਆ? ਅੱਜ ਬੀਜੇਪੀ ਵਾਲੇ ਕਹਿਣ ਲੱਗੇ ਉੱਠ ਕੇ ਕਿ ਇਹਨਾਂ ਨੂੰ ਜਿਹੜੇ ਉਹ ਕਿਸਾਨ ਬੈਠੇ ਜਿਹਨਾਂ ਨੂੰ ਗਮਲਿਆਂ 'ਚ ਗੰਨੇ ਉਗਾਉਣ ਦਾ ਪਤਾ ਨਹੀਂ, ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ, ਤੁਸੀਂ ਕਿਹੜੀ ਕਿਸਾਨੀ ਕਰਦੇ? ਚਲ ਸਾਨੂੰ ਵੀ ਦੱਸ ਦਿਓ। ਜਦੋਂ ਆਪਣੇ ਤੇ ਬਾਹਰ ਪੈਂਦਾ ਨਾ, ਉਦੋਂ ਚੀਕ ਨਿਕਲ ਹੀ ਜਾਂਦੀ। ਸਾਡੀ ਵੀ ਚੀਕ ਨਿਕਲ ਗਈ ਕਿ ਇਹਨਾਂ ਨੇ ਸਾਨੂੰ, ਕਿਸਾਨਾਂ ਨੂੰ, ਸਾਡੇ ਸਰਦਾਰਾਂ ਨੂੰ, ਸਾਨੂੰ ਇਹਨਾਂ ਨੇ ਅੱਤਵਾਦੀ ਕਿਹਾ। ਇਹ ਸਰਦਾਰ ਇਹਨਾਂ ਨਾਲ 32 ਸਾਲ ਦੇ ਜੁੜੇ ਹੋਏ ਸੀ। ਤੁਸੀਂ ਅਸਤੀਫਾ ਭੇਜਿਆ ਵਾ, ਕਿਸੇ ਸੀਨੀਅਰ ਆਗੂ ਵੱਲੋਂ ਜਾਂ ਪਾਰਟੀ ਹਾਈ ਕਮਾਂਡ ਵੱਲੋਂ ਤੁਹਾਡੇ ਤੱਕ ਪਹੁੰਚ ਕੀਤੀ ਗਈ ਹਲੇ ਤੱਕ? ਜੀ ਬਿਲਕੁਲ ਨਹੀਂ ਕੀਤੀ ਗਈ। ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਜੀ। ਉਹਨਾਂ ਨੂੰ ਕਾਰਜਕਰਤਾ ਦੀ, ਇਮਾਨਦਾਰ ਵਫਾਦਾਰ ਕਾਰਜਕਰਤਾ ਦੀ ਜ਼ਰੂਰਤ ਨਹੀਂ। ਪਾਰਟੀ ਨੂੰ ਚਾਪਲੂਸਾਂ ਦੀ, ਚਾਟੂਕਾਰਾਂ ਦੀ, ਤਲਵੇ ਚੱਟਣ ਵਾਲਿਆਂ ਦੀ ਜ਼ਰੂਰਤ ਆ। ਸੋ ਉਹਨਾਂ ਕੋਲ ਹੈਗੇ ਤਲਵੇ ਚੱਟਣ ਵਾਲੇ। ਫਿਰ ਜਿਹੜੇ ਕਾਰਜਕਰਤਾ ਜਿਨ੍ਹਾਂ ਦੀ ਵਿੱਚ ਥੋੜ੍ਹੀ ਬਹੁਤ ਅਣਖ ਆ, ਉਹਨਾਂ ਨੂੰ ਤਾਂ ਬਾਹਰ ਹੋ ਹੀ ਜਾਣਾ ਚਾਹੀਦਾ। ਸੋ ਇਸ ਕਰਕੇ ਮੈਂ ਪਾਰਟੀ ਛੱਡੀ ਆ ਔਰ ਪਾਰਟੀ ਨੂੰ ਇਹ ਆ ਕਿ ਮੈਂ ਦੁਬਾਰਾ ਵਾਪਸ ਆਉਣਾ ਨਹੀਂ। ਕਹਿੰਦੇ ਨੇ ਸੀਨੀਅਰ ਲੀਡਰ ਤਿਕਸ਼ਨ ਸੂਦ, ਉਹਨਾਂ ਨੂੰ ਐਮਐਲਏ ਦੀ ਜਦੋਂ ਟਿਕਟ ਦਿਵਾਈ ਗਈ ਸੀ, ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਸੀਗਾ। ਉਦੋਂ ਕੀ ਹੋਇਆ ਸੀਗਾ? ਬਿਲਕੁਲ ਜੀ, ਬਹੁਤ ਵੱਡਾ ਰੋਲ ਸੀ ਜੀ। ਇਹਨਾਂ ਨੇ ਮੈਨੂੰ ਨਾਲ ਲੈ ਕੇ ਗਏ ਸੀ ਜੀ। ਅਸੀਂ 11 ਬੰਦੇ ਟੀਮ ਸੀ, 11ਵੀਂ ਇੱਕ ਲੜਕੀ ਮੈਂ ਸੀ। ਮੈਂ ਇਹਨਾਂ ਦੇ ਨਾਲ ਗਈ ਸੀ ਔਰ ਉੱਥੇ ਜਾ ਕੇ, ਅੰਦਰ ਜਾ ਕੇ ਸਭ ਤੋਂ ਪਹਿਲਾਂ ਗੱਲ ਹੀ ਮੈਂ ਸ਼ੁਰੂ ਕੀਤੀ ਸੀ। ਔਰ ਉੱਥੋਂ ਮੈਂ ਕਿਹਾ ਸੀ ਕਿ ਅਗਰ ਤੁਸੀਂ ਹੁਸ਼ਿਆਰਪੁਰ ਨੂੰ ਟਿਕਟ ਨਹੀਂ ਦਿੰਦੇ ਨਾ, ਤੇ ਯੂਥ ਨੇ ਪੂਰੇ ਨੇ ਆਪਣੇ ਆਪ ਨੂੰ ਮਿੱਟੀ ਤੇਲ ਪਾ ਕੇ ਅੱਗ ਲਾ ਲੈਣੀ ਹੈ ਔਰ ਮਾਚਿਸ ਵੀ ਤੁਹਾਡੇ ਤੋਂ ਲਾਵਾਂਗੇ। ਉਦੋਂ ਉਮਰ ਵੀ ਤੁਹਾਡੀ ਬਹੁਤ ਉਦੋਂ ਮੈਂ ਬਹੁਤ ਛੋਟੀ ਸੀ, ਬਹੁਤ ਛੋਟੀ ਉਮਰ ਦੀ ਸੀ, 20-22 ਸਾਲ ਦੀ ਸੀ, ਬੜੀ ਮੁਸ਼ਕਲ ਨਾਲ ਜੀ। ਮੈਂ ਇੰਨੀ ਸੇਵਾ ਤੁਸੀਂ ਕੀਤੀ ਪਾਰਟੀ ਦੀ, ਬਟ ਆਖਿਰ ਦੇ ਵਿੱਚ ਇੱਕ ਬੇਇੱਜ਼ਤ ਕਰਕੇ ਤੁਸੀਂ ਉੱਥੋਂ ਆਉਂਦੇ ਆ ਕਿ ਨਮੋਸ਼ੀ ਨਹੀਂ ਪੈਦਾ ਹੁੰਦੀ ਕਿ ਇੱਕ ਮਹਾਮੰਤਰੀ ਤੇ ਤੁਸੀਂ ਦੋਸ਼ ਲਾਏ ਨੇ ਕਿ ਉਸ ਵੱਲੋਂ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਗਈ? ਕੋਈ ਨਮੋਸ਼ੀ ਹੈ ਦਿਲ ਵਿੱਚ? ਕੀ ਪਛਤਾਵਾ ਹੈ ਕਿ 30-32 ਸਾਲ ਮੈਂ ਕੋਈ ਫਿਰ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਕਿ ਜਦੋਂ ਮੇਰੇ ਨਾਲ ਇਹ ਘਟਨਾ ਹੋਈ ਨਾ, ਉਹ ਹਫ਼ਤਾ ਭਰ ਮੈਨੂੰ ਨੀਂਦ ਨਹੀਂ ਸੀ ਆਉਂਦੀ। ਮੇਰਾ BP ਵਧਣਾ ਸ਼ੁਰੂ ਹੋ ਗਿਆ, ਮੈਂ ਟੈਬਲੇਟ ਤੇ ਆ ਗਈ। ਲੇਕਿਨ ਜਿਸ ਦਿਨ ਦਾ ਰਿਜ਼ਾਈਨ ਦਿੱਤਾ ਹੈ, ਮੈਂ ਉਸ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੀ ਹਾਂ ਕਿ ਅੱਜ ਮੈਂ 5-6 ਦਿਨਾਂ ਤੋਂ ਲਗਾਤਾਰ ਸੁੱਖ ਦੀ ਨੀਂਦ ਸੋ ਰਹੀ ਹਾਂ। ਇੱਦਾਂ ਲੱਗਦਾ ਕਿ ਮੈਂ ਕੋਈ ਗੁਨਾਹ ਕਰ ਰਹੀ ਸੀ, ਅੱਜ ਉਹਦੀ ਮੈਨੂੰ ਮਾਫੀ ਮਿਲ ਗਈ।
ਪੰਜਾਬ ਦੇ ਕਿਸਾਨਾਂ ਨੂੰ ਅਤੇ ਬੀਜੇਪੀ ਲੀਡਰਾਂ ਨੂੰ, ਜਿਹੜੇ ਕਿ ਬੀਜੇਪੀ ਪਾਰਟੀ ਵਿੱਚ ਕਿਸਾਨ ਕਾਫੀ ਨੇ, ਸਿੱਖੀ ਵਾਲੇ ਕਾਫੀ ਨੇ, ਜੀ। ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਮੈਂ ਤਾਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੂੰਗੀ, ਜਿਹੜੇ ਅੱਜ ਆਪਣੇ ਨਾਲ ਨਹੀਂ ਖੜੇ, ਅੱਜ ਉਹਨਾਂ ਦੀ ਜ਼ਮੀਰ ਨਹੀਂ ਜਾਗੀ, ਤਾਂ ਫਿਰ ਉਹ ਮੁਰਦੇ ਆ, ਜ਼ਿੰਦਾ ਨਹੀਂ ਹੈਗੇ ਜੀ। ਉਹ ਮੁਰਦੇ ਆ, ਉਹ ਜ਼ਿੰਦਾ ਨਹੀਂ ਹੈਗੇ ਜੀ। ਕਿਉਂਕਿ ਜਿਹਦੀ ਜ਼ਮੀਰ ਨਹੀਂ, ਉਹਦੀ ਜ਼ਿੰਦਗੀ ਨਹੀਂ। ਤੇ ਉਹਨਾਂ ਨੂੰ ਜਗਾਉਣ ਦੀ ਤੁਹਾਡੇ ਵੱਲੋਂ ਕੋਸ਼ਿਸ਼? ਮੈਂ ਇਹ ਉਹਨਾਂ ਨੂੰ ਕਹਿਣਾ ਚਾਹੂੰਗੀ ਕਿ ਜਿੰਨੀ ਮਰਜ਼ੀ ਚਾਪਲੂਸੀ ਕਰ ਲਓ, ਜਿੰਨੇ ਮਰਜ਼ੀ ਇਹਨਾਂ ਦੇ ਵਫਾਦਾਰ ਬਣ ਜਾਓ, ਜਿੰਨੀ ਮਰਜ਼ੀ ਇਹਨਾਂ ਦੀ ਗੁਲਾਮੀ ਕਰ ਲਓ, ਜਿੰਨੀ ਮਰਜ਼ੀ ਸੇਵਾ ਕਰ ਲਓ, ਇਹਨਾਂ ਨੇ ਤੁਹਾਡੇ ਮਿੱਤ नहीं बनना। इससे पहले भी बड़ी संख्या में भाजपा नेता अपने पदों से इस्तीफे दे चुके हैं और यह सिलसिला लगातार जारी है। लेकिन वहीं केंद्र की भाजपा सरकार कृषि कानूनों को अब भी सही बता रही है। अब देखना होगा कि केंद्र सरकार 4 जनवरी को होने वाली मीटिंग में क्या फैसला लेती है। ब्यूरो रिपोर्ट D5 चैनल हिंदी।